ਸੈਪਟੈਂਬਰ ਨੂੰ ਦੁਨੀਆ ਦੇ ਵਿੱਚ UN ਜਮਹੂਰੀਅਤ ਦਿਵਸ ਰੱਖ ਕੇ ਜਮਹੂਰੀਅਤ ਦਿਨ ਮਨਾ ਰਿਹਾ ਹੈ ਤੇ ਸਾਡੀ ਪਾਰਟੀ 15 ਤਰੀਕ ਨੂੰ ਦਰਬਾਰ ਸਾਹਿਬ ਦੇ ਅੱਗੇ ਇੱਕ ਵੱਡੀ ਕਾਨਫਰੰਸ ਕਰ ਰਹੀ ਹੈ ਕਿ ਸਾਡੀ ਸਿੱਖਾਂ ਦੀ ਜਿਹੜੀ ਜਮਹੂਰੀਅਤ ਹੈ, ਜਿਹੜਾ ਅੰਗਰੇਜ਼ਾਂ ਨੇ ਬਿੱਲ ਪਾਸ ਕੀਤਾ ਸੀ 1925 ਦੇ ਵਿੱਚ ਤੇ ਸਾਡੀ SGPC ਸ਼੍ਰੋਮਣੀ ਗੁਰਦੁਆਰਾ ਕਮੇਟੀ ਸਥਾਪਿਤ ਹੋਈ ਸੀਗੀ, ਜਦ ਕਿ ਏਸ਼ੀਆ ਦੇ ਵਿੱਚ 1925 ਦੇ ਵਿੱਚ ਕੋਈ ਵੀ ਪਾਰਲੀਮੈਂਟ ਹੈ ਨਹੀਂ ਸੀ, ਕੋਈ ਜਮਹੂਰੀਅਤ ਨਹੀਂ ਸੀ। ਤੇ ਵੱਡੀ ਗੱਲ ਇਹ ਸੀ ਕਿ ਸਿੱਖ ਰਸਮ ਦੇ ਮੁਤਾਬਕ ਵੋਟ ਬੀਬੀਆਂ ਨੂੰ ਵੀ ਬਰਾਬਰਤਾ ਦੇ ਕੇ ਦਿੱਤਾ ਗਿਆ ਸੀ ਹੱਕ, ਜਦ ਕਿ ਯੂਰਪ ਦੇ ਵਿੱਚ, ਅਮਰੀਕਾ ਦੇ ਵਿੱਚ ਬੀਬੀਆਂ ਵੋਟ ਦੇ ਲਈ ਜਦੋਜਹਿਦ ਕਰ ਰਹੀਆਂ ਸੀ ਤੇ ਬਾਜ਼ਾਰਾਂ 'ਚ ਜਾ ਕੇ ਸ਼ੀਸ਼ੇ ਤੋੜਦੀਆਂ ਸੀਗੀਆਂ ਤੇ ਜਿੰਨੇ ਵੀ ਲੈਟਰ ਬਾਕਸ ਹੁੰਦੇ ਸੀ ਉਹਨਾਂ ਦੇ ਵਿੱਚ ਪਟਾਕੇ ਪਾ ਕੇ, ਬੰਬ ਪਾ ਕੇ ਉਹ ਦਿਖਾਉਂਦੀਆਂ ਸੀ ਕਿ ਬੀਬੀਆਂ ਨੂੰ ਜਮਹੂਰੀਅਤ ਹੱਕ ਕਿਉਂ ਨਹੀਂ ਮਿਲਿਆ, ਉਹ ਵੋਟਾਂ ਕਿਉਂ ਨਹੀਂ ਪਾ ਸਕੀਆਂ। ਪਰ ਆਪਣੀ SGPC ਐਡੀ ਐਡਵਾਂਸ ਸੀਗੀ ਕਿ ਸਾਨੂੰ ਬੀਬੀਆਂ ਨੂੰ ਵੀ ਬਰਾਬਰ ਦੇ ਹੱਕ ਦਿੱਤੇ ਗਏ ਸੀਗੇ। ਹੁਣ ਪਿਛਲੇ 11 ਸਾਲ ਤੋਂ ਗੌਰਮੈਂਟ ਆਫ ਇੰਡੀਆ ਜਿਹਦਾ ਰਿਸਪੌਂਸਿਬਿਲਿਟੀ, ਜ਼ਿੰਮੇਵਾਰੀ ਹੈ ਇਹ ਇਲੈਕਸ਼ਨ ਕਰਾਉਣ ਦੀ, ਉਹ ਅਜੇ ਇਲੈਕਸ਼ਨ ਨਹੀਂ ਕਰਾ ਰਹੀ ਹੈਗੀ। ਇਸ ਕਰਕੇ ਅਸੀਂ ਸਿੱਖ ਤੜਫੇ ਹੋਏ ਹਾਂ ਕਿ ਜਦੋਂ ਸਾਨੂੰ ਨਹਿਰੂ ਨੇ ਕਿਹਾ ਸੀਗਾ ਕਿ ਤੁਹਾਨੂੰ ਸਾਰਾ ਕੁਝ ਮਿਲ ਜੂਗਾ ਜੇ ਤੁਸੀਂ ਸਿੱਖ ਸਾਡੇ ਕਾਂਗਰਸ ਤੇ ਹਿੰਦੂਤਵ ਨਾਲ ਚੱਲੋਗੇ, ਤੁਹਾਨੂੰ ਇੱਕ ਇਹੋ ਜਿਹਾ ਅਸੀਂ ਕਿੱਤਾ ਦੇਵਾਂਗੇ ਜਿੱਥੇ ਤੁਸੀਂ ਆਜ਼ਾਦੀ ਦਾ ਨਿੱਘ ਮਾਣ ਸਕੋਗੇ। ਇਹ ਸਾਡੇ ਨਾਲ ਨਹਿਰੂ ਨੇ ਵਾਅਦਾ ਕੀਤਾ ਸੀਗਾ। ਦੂਸਰੀ ਗੱਲ ਹੈ ਕਿ ਮਹਾਤਮਾ ਗਾਂਧੀ ਨੇ ਸਿੱਖ ਜਿਹੜੇ ਹੱਕ ਮੰਗ ਰਹੇ ਸੀਗੇ ਉਹਨਾਂ ਨੂੰ ਕਿਹਾ ਸੀਗਾ ਕਿ ਤੁਸੀਂ ਜਿਹੜੇ ਗੁਰਦੁਆਰੇ ਦਾ ਹੱਕ ਮੰਗ ਰਹੇ ਹੋ ਕਿ ਤੁਹਾਡੀ ਕਮੇਟੀ ਬਣੇ, ਤੁਹਾਡੀ ਪਾਰਲੀਮੈਂਟ ਬਣੇ, ਅਜੇ ਤੁਸੀਂ ਆਪਣਾ ਜਿਹੜੇ ਤੁਸੀਂ ਮੁਜ਼ਾਹਰੇ ਕਰ ਰਹੇ ਹੋ, ਜਿਹੜੀ ਜਦੋਜਹਿਦ ਕਰ ਰਹੇ ਹੋ, ਜਿਹੜਾ ਤੁਸੀਂ ਆਪਣੀਆਂ ਕੁਰਬਾਨੀਆਂ ਦੇ ਰਹੇ ਹੋ, ਉਹਨਾਂ ਨੂੰ ਇਹ ਤੁਸੀਂ ਮੁਅੱਤਲ ਕਰ ਦਿਓ ਤੇ ਜਦੋਂ ਸਾਨੂੰ ਆਜ਼ਾਦੀ ਮਿਲੂਗੀ ਫਿਰ ਅਸੀਂ ਤੁਹਾਨੂੰ ਸਾਰੇ ਹੱਕ ਦੇ ਦਾਂਗੇ। ਪਰ ਉਸ ਵੇਲੇ ਵੀ ਸਾਡੇ ਵਿੱਚ ਸਿੱਖ ਸੀਗੇ ਜਿਹੜੇ ਸ਼ੱਕ ਕਰਦੇ ਸੀਗੇ ਹਿੰਦੂ ਸਿਆਸਤ ਦੇ ਉੱਤੇ। ਮਾਫ ਕਰਨਾ, ਇਹ ਮੈਨੂੰ ਕਹਿਣਾ ਪੈ ਰਿਹਾ ਇਹ। ਤੇ ਉਹਨਾਂ ਦੇ ਵਿੱਚੋਂ ਇੱਕ ਸੀਗੇ ਸਰਦਾਰ ਕਰਤਾਰ ਸਿੰਘ ਝੱਬਰ। ਉਹਨਾਂ ਨੇ ਕਿਹਾ ਕਿ ਠੀਕ ਹੈ ਕਿ ਬ੍ਰਿਟਿਸ਼ ਇੱਥੋਂ ਚਲੇ ਜਾਣਗੇ ਤੇ ਤੁਸੀਂ ਸਾਨੂੰ ਗਾਂਧੀ ਜੀ ਹੱਕ ਦੇ ਦੋਗੇ। ਜੇ ਉਹ ਅੰਗਰੇਜ਼ ਨਾ ਗਏ ਤੇ ਸਾਨੂੰ ਅਜੇ ਆਜ਼ਾਦੀ ਨਾ ਮਿਲੀ ਤੇ ਗੁਰਦੁਆਰੇ ਫਿਰ ਕਿਵੇਂ ਅਸੀਂ ਆਜ਼ਾਦ ਕਰਾਵਾਂਗੇ। ਤੇ ਜੇ ਆਜ਼ਾਦੀ ਮਿਲ ਗਈ, ਇਹ ਆਜ਼ਾਦੀ ਦੇ ਵਿੱਚ ਹਿੰਦੂਆਂ ਦੀ ਮੈਜੋਰਿਟੀ ਹੋਣੀ ਹੈ ਤੇ ਮੈਜੋਰਿਟੀ ਦੇ ਨਾਲ ਸਰਕਾਰ ਬਣਨੀ ਹੈ। ਤੇ ਸਰਕਾਰ ਜਦੋਂ ਬਣ ਗਈ, ਸਾਨੂੰ ਤਸੱਲੀ ਨਹੀਂ ਕਿ ਤੁਹਾਡੀ ਸਰਕਾਰ ਸਾਨੂੰ ਹੱਕ ਦੇ ਦੂਗੀ, ਕਿਉਂ ਕਰਕੇ ਜਿਹੜੇ ਮਹੰਤ ਘੁੱਸ ਬੈਠ ਕੇ ਕਬਜ਼ੇ ਕੀਤੇ ਹੋਏ ਆ ਸਾਡੇ ਗੁਰਦੁਆਰਿਆਂ ਨੇ, ਉਹ ਤਾਂ ਹਿੰਦੂ ਨੇ ਤੇ ਹਿੰਦੂ ਸਰਕਾਰ ਹਿੰਦੂ ਮਹੰਤਾਂ ਨੂੰ ਕਿਵੇਂ ਬਾਹਰ ਕੱਢੂਗੀ। ਦੇਖੋ, ਇਹ ਚੀਜ਼ ਸਰਦਾਰ ਝੱਬਰ ਨੇ 100 ਸਾਲ ਪਹਿਲਾਂ ਕਹਿਤੀ ਕਿ ਸਾਨੂੰ ਸਿੱਖਾਂ ਨੂੰ ਇਤਬਾਰ ਨਹੀਂ ਹੈ ਕਿ ਜੇ ਹਿੰਦੂ ਸਰਕਾਰ ਬਣ ਗਈ
ਤੇ ਮਹੰਤ ਜਿਹੜੇ ਹਿੰਦੂ ਹੈ ਜਿਨ੍ਹਾਂ ਨੇ ਕਬਜ਼ੇ ਕੀਤੇ ਹੋਏ ਹੈ, ਇਹ ਹਿੰਦੂ ਸਰਕਾਰ ਮਹੰਤਾਂ ਨੂੰ ਕਿਵੇਂ ਬਾਹਰ ਕੱਢੂਗੀ? ਹੁਣ ਮੇਰੇ ਬਜ਼ੁਰਗ ਸਰਦਾਰ ਜੋਗਿੰਦਰ ਸਿੰਘ ਮਾਨ ਉਦੋਂ MLA ਸੀਗੇ ਤੇ ਉਹਨਾਂ ਨੇ ਮਾਸਟਰ ਜੀ ਨੂੰ ਕਿਹਾ ਸੀਗਾ ਕਿ ਮਾਸਟਰ ਜੀ ਹੁਣ ਮੁਸਲਮਾਨ ਹਿੰਦੂ ਸਿੱਖ ਇਹ ਮੰਗ ਰਹੇ ਆ ਆਪਣੀ ਆਪਣੀ ਥਾਂ, ਜਦੋਂ ਅੰਗਰੇਜ਼ ਚਲੇ ਜਾਊਗਾ, ਪਰ ਅਸੀਂ ਅਜੇ ਸਿੱਖ ਅੰਗਰੇਜ਼ਾਂ ਕੋਲੇ ਨਹੀਂ ਪਹੁੰਚੇ ਕਿ ਸਾਨੂੰ ਆਪਣਾ ਹੱਕ ਅਲੱਗਾ ਮੁਲਕ ਦਾ ਚਾਹੀਦਾ। ਤੇ ਮਾਸਟਰ ਜੀ ਤੋਂ ਮੇਰੇ ਬਜ਼ੁਰਗ ਛੋਟੇ ਸੀਗੇ, ਉਹਨਾਂ ਦੀ ਪਾਰਟੀ ਦੇ ਸੀਗੇ, ਉਹਨਾਂ ਦੀ ਬਹੁਤ ਇੱਜ਼ਤ ਕਰਦੇ ਸੀ। ਉਹ ਮਾਸਟਰ ਜੀ ਕਹਿੰਦੇ, ਜੋਗਿੰਦਰ ਸਿੰਘ ਤੈਨੂੰ ਨਹੀਂ ਪਤਾ, ਆਪਾਂ ਪਹਿਲਾਂ ਅੰਗਰੇਜ਼ਾਂ ਨੂੰ ਕੱਢ ਲਈਏ, ਫਿਰ ਸਾਡਾ ਵੱਡਾ ਭਰਾ ਹਿੰਦੂ ਸਾਨੂੰ ਸਾਰੇ ਹੱਕ ਦੇ ਦੂਗਾ। ਤੇ ਸਰਦਾਰ ਜੋਗਿੰਦਰ ਸਿੰਘ ਮਾਨ ਨੇ ਕਿਹਾ, ਮਾਸਟਰ ਜੀ ਜਦੋਂ ਪਿਓ ਮਰ ਜੇ ਤੇ ਵੱਡਾ ਭਰਾ ਛੋਟੇ ਭਰਾ ਨੂੰ ਸਾਰੇ ਹੱਕ ਦੇ ਦਿੰਦਾ। ਫਿਰ ਮਾਸਟਰ ਜੀ ਚੁੱਪ ਕਰ ਗਏ, ਉਹਨਾਂ ਦੇ ਕੋਲੇ ਕੋਈ ਜਵਾਬ ਨਹੀਂ ਸੀ। ਇਸ ਕਰਕੇ ਜਦੋਂ ਮੁਸਲਮਾਨ ਵੀ ਤਿਆਰ ਹੋਏ ਹੋਏ ਸੀ, ਹਿੰਦੂ ਵੀ ਤਿਆਰ ਹੋਏ ਹੋਏ ਸੀਗੇ, 1946 ਦੇ ਵਿੱਚ ਫਿਰ ਸ਼੍ਰੋਮਣੀ ਗੁਰਦੁਆਰਾ ਕਮੇਟੀ ਨੇ ਇੱਕ ਮਤਾ ਪਾਇਆ ਸਰਬਸੰਮਤੀ ਦੇ ਨਾਲ। ਬਲਵੰਤ ਸਿੰਘ ਕੁੱਕੜ ਸੀਗੇ SGPC ਦੇ ਮੈਂਬਰ ਜਿਨ੍ਹਾਂ ਨੇ ਮਤਾ ਲਿਆਂਦਾ, ਉਹਨਾਂ ਨੇ ਫਿਰ ਸਰਬਸੰਮਤੀ ਦੇ ਨਾਲ ਮਤਾ ਪਾਸ ਕੀਤਾ ਕਿ ਸਿੱਖਾਂ ਨੂੰ ਖਾਲਿਸਤਾਨ ਚਾਹੀਦਾ ਹੈ। ਹੁਣ ਇਹ 1946 'ਚ ਮਤਾ ਪਾਸ ਕੀਤਾ ਗਿਆ, ਪਰ ਤੁਸੀਂ ਸਾਰੇ ਸਿਆਣੇ ਹੋ, ਜਦੋਂ ਗੱਡੀ ਪਲੇਟਫਾਰਮ ਤੇ ਆ ਜੇ ਉਦੋਂ ਆਪਾਂ ਸਟੇਸ਼ਨ ਮਾਸਟਰ ਤੋਂ ਟਿਕਟ ਮੰਗੀਏ, ਇਹ ਤਾਂ ਕਦੇ ਮਿਲ ਜਾਂਦੀ ਹੈ, ਨਹੀਂ ਤਾਂ ਸਟੇਸ਼ਨ ਮਾਸਟਰ ਕਹਿੰਦਾ ਸੌਰੀ ਜੀ ਸਾਰੀਆਂ ਸੀਟਾਂ ਤਾਂ ਖਤਮ ਹੈ। ਸੋ ਮੇਰਾ ਮਤਲਬ ਇਹ ਸਿੱਖ ਸਿਆਸਤ ਨੇ ਉਦੋਂ ਵੀ ਹੁਣ ਵੀ ਗਲਤੀ ਕੀਤੀ ਹੈ, ਕਿਉਂ ਕਰਕੇ ਜਿਹਦੇ ਕਬਜ਼ੇ ਦੇ ਵਿੱਚ SGPC ਆ 11 ਸਾਲ ਤੋਂ ਹੈ, ਉਹਨਾਂ ਨੇ ਇੱਕ ਵਾਰੀ ਵੀ ਨਹੀਂ ਕਿਹਾ ਕਿ ਸਾਡੀ ਟਰਮ ਖਤਮ ਹੋ ਗਈ ਹੈ। ਤੇ ਕਿਉਂ ਕਰਕੇ ਇਹਨਾਂ ਨੂੰ ਹਿੰਦੂਤਵਾ ਮੋਦੀ ਕਾਂਗਰਸ ਨੇ ਮਹੰਤ ਬਣਾ ਦਿੱਤਾ ਹੈ, ਇਹ ਹੁਣ ਇਸ ਦੀ ਪਕੜ ਨਹੀਂ ਛੱਡਦੇ ਤੇ ਇਲੈਕਸ਼ਨ ਨਹੀਂ ਹੋਣ ਦਿੰਦੇ। ਸੋ ਇਹ ਸਾਰੀ ਚੀਜ਼ ਹੈ ਕਿ ਜਿਵੇਂ ਝੱਬਰ ਸਾਹਿਬ ਨੇ ਕਿਹਾ ਸੀਗਾ ਕਿ ਸਾਨੂੰ ਹਿੰਦੂ ਹੱਕ ਦੇ ਦੂਗਾ, ਉਹੀ ਗੱਲ ਹੈ ਕਿ ਅੱਜ BJP RSS ਦੀ ਕੱਟੜਵਾਦੀ ਹਿੰਦੂਤਵਾ ਸਰਕਾਰ ਹੈ, ਜਿਹੜਾ ਸਿੱਖਾਂ ਦਾ ਜਮਹੂਰੀਅਤ ਨੂੰ ਉਸ ਨੇ ਬੰਦ ਕਰ ਦਿੱਤਾ ਹੈਗਾ। ਪਾਰਲੀਮੈਂਟ ਦੇ ਇਲੈਕਸ਼ਨ ਹੋ ਜਾਂਦੀ ਹੈ, ਫਰਜ਼ ਕਰੋ ਪਾਰਲੀਮੈਂਟ ਦੇ ਇਲੈਕਸ਼ਨ ਨਾ ਹੋਣ, ਫਿਰ ਇੰਡੀਆ ਦੇ ਲੋਕ ਬਰਦਾਸ਼ਤ ਕਰ ਲੈਣਗੇ ਕਿ ਪਾਰਲੀਮੈਂਟ ਭੰਗ ਹੋ ਗਈ ਹੈ ਤੇ ਪ੍ਰਾਈਮ ਮਿਨਿਸਟਰ ਉਹੀ ਹੈ ਤੇ ਉਹੀ ਵਜ਼ਾਰਤ ਚੱਲ ਰਹੀ ਹੈ? ਨਹੀਂ ਚੱਲਣਗੇ, ਨਹੀਂ ਚੱਲਣਗੇ। ਇਸੇ ਤਰ੍ਹਾਂ ਸਾਡਾ ਵੀ ਹਿਰਦਾ ਜੇ ਕੱਟ ਕੇ, ਕਿਸੇ ਹਿੰਦੂ ਦਾ ਹਿਰਦਾ ਕੱਟ ਕੇ ਵੇਖ ਲਓ, ਉਹੀ ਸਾਡੇ 'ਚ ਹੈ। ਫਰਕ ਤਾਂ ਕੋਈ ਨਹੀਂ ਹੈ ਕਿ ਹਿਰਦੇ ਦੇ ਵਿੱਚ ਅਸੀਂ ਕਹਿੰਦੇ ਹਾਂ ਕਿ ਜੇ ਲੋਕ ਨਹੀਂ ਚਾਹਣਗੇ ਕਿ ਪਾਰਲੀਮੈਂਟ ਦੇ ਇਲੈਕਸ਼ਨ ਨਹੀਂ ਹੋਏ ਤੇ ਪ੍ਰਾਈਮ ਮਿਨਿਸਟਰ ਤੇ ਕੈਬਨਿਟ ਉਹੀ ਚੱਲੀ ਜਾਂਦੀ ਹੈ, ਜਦੋਂ ਪਾਰਲੀਮੈਂਟ ਦੀ ਮਿਆਦ ਖਤਮ ਹੋ ਗਈ ਹੈ ਤਾਂ ਇੱਥੇ ਰੌਲਾ ਪੈ ਜੇ। ਤੇ ਹੁਣ ਇਹ ਹੈ ਕਿ ਅਸੀਂ ਤਿਆਰ ਹੈ ਕਿ ਹੁਣ ਅਸੀਂ ਐਜੀਟੇਸ਼ਨ ਦੇ ਵਿੱਚ ਆਈਏ ਤੇ ਦੁਨੀਆ ਨੂੰ ਦੱਸੀਏ ਕਿ ਸਾਡੀ ਪਾਰਲੀਮੈਂਟ ਦਾ ਇਲੈਕਸ਼ਨ ਨਹੀਂ ਹੋ ਰਿਹਾ। 15 ਤਰੀਕ ਨੂੰ UN ਦੀ ਜਿਹੜੀ ਨਿਊਯਾਰਕ ਹੈੱਡਕੁਆਰਟਰਸ ਹੈ, ਸਾਡੀ ਪਾਰਟੀ ਬਹੁਤ ਵੱਡਾ ਉੱਥੇ ਮੁਜ਼ਾਹਰਾ ਕਰ ਰਹੀ ਹੈ ਕਿ ਸਿੱਖਾਂ ਦੀ ਜਮਹੂਰੀਅਤ ਜਿਹੜੀ 1925 ਦੇ ਵਿੱਚ ਸਥਾਪਿਤ ਹੋਈ ਸੀ, ਉਹ ਸਾਨੂੰ ਕਿਉਂ ਨਹੀਂ ਮਿਲ ਰਹੀ ਤੇ ਕਿਉਂ ਉਸ ਨੂੰ ਖਤਮ ਕੀਤਾ ਗਿਆ। ਇਹ ਸਵਾਲ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਸਾਡੇ ਇਲੈਕਸ਼ਨਸ ਹੋਣ। ਤੇ ਜੀ ਆਇਆਂ ਨੂੰ ਤੁਹਾਡਾ ਸਾਰਿਆਂ ਨੂੰ। ਤੇ 15 ਤਰੀਕ ਨੂੰ ਵੀ ਜਿੱਥੇ ਸਾਡਾ ਇਹ ਇਕੱਠ ਹੈਗਾ ਉੱਥੇ ਜ਼ਰੂਰ ਆਇਓ। ਤੁਹਾਡੇ ਲਈ ਕੁਰਸੀਆਂ ਅਲੱਗਾ ਬਣੀਆਂ ਹੋਣਗੀਆਂ, ਕੀਤਾ ਹੋਊਗਾ। ਤੇ ਅਗਲਾ ਜਿਹੜਾ ਇਹ ਸਾਡਾ ਪ੍ਰੋਗਰਾਮ ਹੈਗਾ, ਹੁਣ
ਬਰਗਾੜੀ ਦੇ ਵਿੱਚ ਕੋਈ 430 ਦਿਨ ਹੋ ਗਏ ਹੈ ਜਿੱਥੇ ਸਾਡੇ ਰੋਜ਼ ਸਿੱਖ ਗ੍ਰਿਫਤਾਰੀਆਂ ਦੇ ਰਹੇ ਹੈ। ਕੀ ਕਰਕੇ 2025 ਦੇ ਵਿੱਚ 2015 ਦੇ ਵਿੱਚ ਜਿਹੜੀ ਬੇਅਦਬੀ ਗੁਰੂ ਮਹਾਰਾਜ ਦੀ ਹੋਈ ਸੀ, 2 ਸਿੱਖ ਸ਼ਹੀਦ ਕਰਤੇ ਸੀ। ਕੋਟਕਪੂਰੇ ਦੇ ਵਿੱਚ ਗੋਲੀ ਚੱਲੀ ਸੀ, ਲਾਠੀ ਚਾਰਜ ਹੋਇਆ ਸੀ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਸਾਡੇ ਨਾਲ ਵਾਅਦੇ ਕੀਤੇ ਸੀਗੇ ਕਿ ਅਸੀਂ ਉਹਨੇ ਸਰਕਾਰ ਬਣਾਉਂਦੇ ਆ, ਮੁਲਜ਼ਮਾਂ ਨੂੰ ਫੜ ਲਾਂਗੇ। ਉਹਨਾਂ ਨੇ ਨਹੀਂ ਕੀਤੇ। ਫਿਰ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਰਹੀ ਹੈ, ਇਹ ਵੀ ਮੁਲਜ਼ਮ ਨਹੀਂ ਫੜ ਰਹੀ। 328 ਬੀੜਾ ਇਹ ਮਹੰਤਾਂ ਨੇ ਪਤਾ ਨਹੀਂ ਖੁਰਦ-ਬੁਰਦ ਕਰ ਦਿੱਤੀ ਹੈ ਮਹਾਰਾਜ ਦੇ ਸਰੂਪ, ਉਹਦਾ ਕੋਈ ਪਤਾ ਨਹੀਂ ਸਾਨੂੰ ਲੱਗ ਰਿਹਾ। ਸੋ ਇਹ ਜਿਹੜੇ ਮਹੰਤਾਂ ਦੇ ਹੱਥਾਂ ਦੇ ਵਿੱਚ ਸਾਡਾ SGPC ਇੱਕ ਜਮਹੂਰੀਅਤ ਪਸੰਦ ਜਮਾਤ, ਇੱਕ ਇੰਸਟੀਟਿਊਸ਼ਨ ਚਲੀ ਗਈ ਹੈ। ਇਸ ਨੂੰ ਅਸੀਂ ਫਿਰ ਇਸ ਨੂੰ ਆਜ਼ਾਦ ਕਰਾਉਣਾ, ਬਸ ਆਹ ਸਾਡੀ ਪ੍ਰੈਸ ਹੈ। ਹੋਰ ਬਾਕੀ ਹੁਣ ਤੁਸੀਂ ਪੁੱਛ ਸਕਦੇ ਹੋ ਕੁਛ ਵੀ। ਸਾਰਿਆਂ ਨੂੰ ਮੈਂ ਸੱਦਾ ਦਿੰਦਾ ਕਿ ਇਹਦੇ ਉੱਤੇ ਸਾਰੇ ਪਹੁੰਚਣ, ਸਾਰੇ ਜਿੰਨੇ ਵੀ ਤਕੜੇ ਬੰਦੇ ਜਮਹੂਰੀਅਤ ਪਸੰਦ ਹੋਣ, ਜਿਹੜੇ ਮਰਜ਼ੀ ਮਜ਼ਹਬ ਦੇ ਹੋਣ, ਗਾਂਧੀ ਤੇ ਨਹਿਰੂ ਵਰਗੇ ਹੋਣ, ਜਿਨ੍ਹਾਂ ਨੇ ਵਾਅਦਾ ਕੀਤੇ ਸੀਗੇ, ਉਹ ਵੀ ਆ ਸਕਦੇ ਹੈ, ਸਾਰੇ ਆ ਸਕਦੇ ਹੈ। ਇਸ ਜਿਹੜੀ ਕਾਨਫਰੰਸ ਆਪਾਂ ਕਰ ਸਕਦੇ। ਮਾਨ ਸਾਹਿਬ, ਤੁਸੀਂ ਹੁਣ ਮੈਂਬਰ ਪਾਰਲੀਮੈਂਟ ਇਹ ਮੁੱਦਾ ਵੀ ਚੁੱਕ ਸਕਦੇ ਹੋ, ਰਾਸ਼ਟਰਪਤੀ ਸਾਹਿਬ ਨੂੰ ਵੀ ਮਿਲ ਸਕਦੇ ਹੋ ਕਿ ਇਸ ਦੀ ਇਲੈਕਸ਼ਨ ਕਰਾਣੀ ਹੈ ਜਾਣਾ ਚਾਹੀਦੀ। ਮੈਂ ਮੁੱਦਾ ਚੱਕ ਚੁੱਕੇ ਹਾਂ, ਪਰ ਜਿਹੜੀ ਤਾਕਤ ਹੈ, ਜਿਹੜੀ ਨਫਰੀ ਹੈ ਪਾਰਲੀਮੈਂਟ ਦੀ, ਉਹ ਹੈਗੀ ਹੈ 543 ਮੈਂਬਰ ਹੈਗੇ ਹੈ, ਤੇ ਉਹਨਾਂ 543 ਦੇ ਵਿੱਚੋਂ ਸਿਰਫ ਮੈਂ ਸਿੱਖ ਮੈਂਬਰ ਹੈ ਜਿਹੜਾ ਇਹ ਗੱਲ ਕਰਦਾ ਹੈ ਤੇ ਕਰ ਸਕਦਾ ਹੈ। ਤੇ ਮੈਨੂੰ ਮੈਜੋਰਿਟੀ, ਜਿਵੇਂ ਸਾਡੇ ਇਲੈਕਸ਼ਨ ਨਹੀਂ ਦੇ ਰਹੀ ਵੱਧ ਗਿਣਤੀ ਮੈਜੋਰਿਟੇਰੀਅਨਸ, ਮੈਨੂੰ ਬੋਲਣ ਦੀ ਇਜਾਜ਼ਤ ਨਹੀਂ ਦਿੰਦੇ। ਮੈਂ ਕਈ ਵਾਰੀ 0R ਦੇ ਵਿੱਚ ਵੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਮੈਨੂੰ ਠਾਹ ਕਰਕੇ ਇਹ ਥੱਲੇ ਬਿਠਾਇਆ ਜਾਂਦਾ ਹੈ। ਜਿਹੜਾ ਸਪੀਕਰ ਹੁੰਦਾ ਹੈ ਜਾਂ ਚੇਅਰਮੈਨ ਹੁੰਦਾ ਹੈ, ਮੇਰੀ ਇਹ ਮਜਬੂਰੀ ਹੈ, ਪਰ ਮੈਂ ਲਿਖ ਕੇ ਇਸ ਚੀਜ਼ ਨੂੰ ਦੇ ਚੁੱਕਿਆ ਹੈਗਾ। ਪਰ ਮਾਨ ਸਾਹਿਬ, ਹੋਰ ਵੀ ਸਿੱਖ ਨੇ, ਉਹ ਕਿਉਂ ਨਹੀਂ ਇਸ ਮੁੱਦੇ ਨੂੰ ਚੁੱਕਦੇ ਕਿ ਉਹਨਾਂ ਨੂੰ SGPC ਦੀ ਚੋਣਾਂ ਨਹੀਂ ਪਿਆਰੀਆਂ, ਕਿ ਜਾਂ SGPC ਪ੍ਰਤੀ ਉਹਨਾਂ ਦਾ ਦਰਦ ਨਹੀਂ ਹੈ? ਜੇ ਉਹ ਸਿੱਖ ਹੋਣ ਤਾਂ ਉਹ ਬੋਲਣ ਮੇਰੇ ਨਾਲ। ਸਟੇਟ ਲੀਡਰਸ਼ਿਪ ਵੀ ਨਹੀਂ ਬੋਲਦੀ, ਕਾਰਨ ਕੀ ਹੈ ਕਿ SGPC ਚੋਣਾਂ ਤੇ ਸਿਰਫ ਧੜ ਤੋਂ ਇਲਾਵਾ ਕੋਈ ਵੀ ਸਿੱਖ ਨਹੀਂ ਬੋਲਦਾ। ਪੰਜਾਬ ਇੱਕ ਡੋਮੀਨੇਟਡ ਸਿੱਖ ਸੂਬਾ ਹੈ, ਅਸੀਂ ਮੰਨਦੇ ਹਾਂ। ਮੁੱਖ ਮੰਤਰੀ ਇੱਥੋਂ ਸਿੱਖ ਹੁੰਦਾ, ਔਰ ਜਿਹੜੇ ਵੱਡੇ ਅਦਾਰੇ ਦੇ ਲੋਕ ਨੇ ਉਹ ਵੀ ਸਿੱਖ ਹੁੰਦੇ ਨੇ, ਪਰ ਉਹ ਕਿਉਂ ਨਹੀਂ ਬੋਲਦੇ? ਨਾ ਹਿੰਦੂ ਬੋਲਦਾ, ਨਾ ਮੁਸਲਮਾਨ ਬੋਲਦਾ, ਨਾ ਸਿੱਖ ਬੋਲਦਾ। ਜਮਹੂਰੀਅਤ ਤਾਂ ਸਾਰਿਆਂ ਦੀ ਸਾਂਝੀ ਚੀਜ਼ ਹੈ, ਕੋਈ ਵੀ ਨਹੀਂ ਬੋਲ ਰਿਹਾ ਇਹਦੇ ਉੱਤੇ। ਮੈਂ ਇਹ ਸਵਾਲ ਮੈਂ ਤੁਹਾਡੇ ਕੋਲ ਕਰ ਰਿਹਾ ਕਿ ਕੀ ਸਮਝਦੇ ਹੋ, ਕੌਣ ਹੈ ਪਿੱਛੇ ਇਹਦੇ? ਇਹਦੇ ਪਿੱਛੇ ਹੈਗੇ ਹੈ ਜਿਹੜੀ ਕੱਟੜਵਾਦੀ BJP RSS ਤੇ ਹਿੰਦੂਤਵਾ ਸਾਰਿਆਂ ਦੇ ਦਿਮਾਗ ਤੇ ਚੜੀ ਹੋਈ ਹੈ। ਨਹੀਂ, ਪਰ ਜਿਹੜੇ ਸਿੱਖ ਨੇ, ਜਿਹੜੇ ਉਹਨਾਂ ਦੇ ਉੱਤੇ ਹਿੰਦੂਤਵਾ ਹੈ ਜੀ। ਜੇ ਉਹ ਹਿੰਦੂਤਵਾ ਨੂੰ ਤੋੜ ਦੇਣਗੇ, ਫਿਰ ਜਿੱਥੇ ਉਹ ਪਹੁੰਚੇ ਹੋਏ ਹੈ, ਜਿਵੇਂ ਹੁਣ ਮੋਦੀ ਸਾਹਿਬ ਆਏ ਸੀ, ਉਹ ਸਾਰੇ ਰਾਜ ਕਰਨ ਵਾਲੀ ਪਾਰਟੀ ਦੇ ਨਾਲ ਸੰਬੰਧ ਰੱਖਦੇ ਹੈ, ਤੇ ਉਹ ਤਾਂ ਬਹੁਤ ਸਾਰੇ ਮੋਦੀ ਸਾਹਿਬ ਦੇ ਨਾਲ ਰਲ ਕੇ ਉਦਣ ਇਹ ਜਿੱਦਣ ਇੱਥੇ ਨਿਊ ਚੰਡੀਗੜ੍ਹ ਮੋਦੀ ਸਾਹਿਬ ਆਏ ਹੈ। ਹੁਣ ਉਹਨਾਂ ਦੇ ਉੱਤੇ ਆਪਾਂ ਕਿਵੇਂ ਵਿਸ਼ਵਾਸ ਕਰ ਸਕਦੇ ਹਾਂ? ਉਹ ਕਹਿੰਦੇ ਹੈ ਕਿ ਮੈਂ ਜੂਆਂ ਪੰਥ ਮਰੇ, ਪਰ ਅਸੂਲ ਹੈ ਕਿ ਮੈਂ ਮਰਾਂ ਪੰਥ ਜੂਏ। ਹੁਣ ਤੁਸੀਂ ਸਮਝੋ ਕਿ ਮੈਂ ਇਹ ਬਹੁਤ ਵੱਡੀ ਗੱਲ ਕਰਤੀ ਹੈ ਕਿ ਪੰਥ ਜੂਏ, ਮੈਂ ਸਿਮਰਨਜੀਤ ਸਿੰਘ ਮਾਨ ਮਰ ਜਾਵਾਂ, ਪਰ ਉਹ ਕਹਿੰਦੇ ਆ ਕਿ ਪੰਥ ਮਰੇ ਤੇ ਉਹ ਜੂਨ। ਕੌਣ ਨੇ ਜੀ ਜਿਹੜੇ ਇਹ ਬੰਦੇ ਇਹ ਗੱਲਾਂ ਕਰਦੇ ਜੀ? ਕੋਈ ਨਾਮ ਉਜਾਗਰ ਕਰੋ ਜੀ। ਹੁਣ ਇੰਨੇ ਨਾਂ ਕਿੰਨੇ ਹੈਗੇ? ਉਹ ਸਾਰੇ ਸੀਗੇ ਜਿਹੜੇ BJP 'ਚ ਚਲੇ ਗਏ ਕਾਂਗਰਸ ਵੱਲੋਂ ਤੇ ਬਾਦਲ ਦਲੀਆਂ ਵੱਲੋਂ ਤੇ ਹੋਰ ਪਾਰਟੀਆਂ ਵੱਲੋਂ, ਸਿੱਖ ਜਿਹੜੇ BJP ਦੇ ਨਾਲ ਚਲੇ ਗਏ। ਬਾਦਲ ਪਰਿਵਾਰ ਆਪਣੇ ਨੂੰ ਪੰਥਕ ਪਰਿਵਾਰ ਕਹਿੰਦਾ। ਉਹ ਕਹਿੰਦੇ ਜੀ ਅਸੀਂ ਇੱਕ ਪੰਥਕ ਪਰਿਵਾਰ ਤੋਂ ਤਾਲੁਕ ਰੱਖਦੇ ਹਾਂ, ਤੇ SGPC ਦੀ ਚੋਣਾਂ ਬਾਰੇ ਉਹ ਕਿਉਂ ਨਹੀਂ ਗੰਭੀਰ ਹੈਗੇ? ਮੈਂ ਤੁਹਾਨੂੰ ਦੱਸਦਾ ਦਿੱਤਾ ਕਿ
ਇਹ ਜਿਹੜੇ ਸਿੱਖ ਹੈ ਉਹ ਤਾਂ ਬੋਲਣਗੇ, ਜਿਹੜੇ ਸਿੱਖੀ ਨੂੰ ਛੱਡ ਗਏ ਆ ਉਹ ਨਹੀਂ ਬੋਲਦੇ। ਪਰ ਬਾਦਲ ਸਾਹਿਬ ਨੂੰ ਫਕਰੇ ਕੌਮ ਮਿਲਿਆ ਜੀ ਅਕਾਲ ਤਖਤ ਸਾਹਿਬ ਤੋਂ। ਉਹ ਤਾਂ ਤੁਸੀਂ ਅਖਬਾਰਾਂ 'ਚ ਲਿਖਿਆ, ਮੈਂ ਤਾਂ ਉਹਦੇ ਖਿਲਾਫ ਸੀ। ਅਖਬਾਰਾਂ ਵਾਲਿਆਂ ਦੇ ਨਾਂ ਲਿਖੋ। ਪਰ ਜਥੇਦਾਰ ਅਕਾਲ ਤਖਤ ਸਾਹਿਬ ਨੇ ਦਿੱਤਾ ਨਾ, ਇਸ ਕਰਕੇ ਕਿਉਂਕਿ ਨਹੀਂ, ਫਿਰ ਜੇ ਅਖਬਾਰਾਂ ਮੈਂ ਤਾਂ ਅਖਬਾਰਾਂ ਵਾਲਿਆਂ ਨੂੰ ਕਿਹਾ, ਜਿਵੇਂ ਅੱਜ ਜਿਹੜੇ ਇਹ ਵਿਦੇਸ਼ੀ ਬੋਲੀ ਵਿੱਚ ਲਿਖਦੇ ਆ ਉਹ ਨਹੀਂ ਆਏ, ਤਾਂ ਇਹੋ ਜਿਹੀ ਚੀਜ਼ ਅਖਬਾਰਾਂ ਨੂੰ ਨਹੀਂ ਲਿਖਣੀ ਚਾਹੀਦੀ ਸੀ। ਨਹੀਂ, ਪਰ ਜਥੇਦਾਰ ਸਾਹਿਬ ਨੇ ਉਹਨਾਂ ਨੂੰ ਖਿਤਾਬ ਦਿੱਤਾ ਨਾ। ਖਿਤਾਬ ਤੇ ਜੇ ਲਿਖੇ ਲਾ ਲਿਖੇ ਉਹਦੀ ਗੱਲ ਵੱਖਰੀ ਹੈ, ਪਰ ਜਥੇਦਾਰ ਸਾਹਿਬ ਨੇ ਉਹਨਾਂ ਨੂੰ ਫਕਰੇ ਕੌਮ ਦਾ ਖਿਤਾਬ ਦਿੱਤਾ। ਹਾਂ, ਜੇ ਬਾਦਲ ਸਾਹਿਬ ਨੇ ਉਹਨਾਂ ਨੂੰ ਬਣਾਇਆ ਜਥੇਦਾਰ ਤੇ ਉਹਨਾਂ ਨੇ ਉਹਨਾਂ ਨੂੰ ਵਾਪਸ ਕਰਤਾ, ਆਸਾਨ ਜਿਹੜਾ ਕੀਤਾ ਸੀਗਾ ਉਹ ਵਾਪਸ ਦੇਤਾ। ਮਾਨ ਸਾਹਿਬ, ਕਾਂਫਰੰਸ ਦੀ ਰੂਪਰੇਖਾ ਕੀ ਹੈਗੀ? 15 ਸਤੰਬਰ ਨੂੰ ਕਾਂਫਰੰਸ ਦੀ ਕੀ ਰੂਪਰੇਖਾ ਰੱਖੀ ਹੈ? ਕਿੰਨੇ ਵਜੇ ਸਮਾਂ ਰੱਖਿਆ ਹੈ ਪ੍ਰਦਰਸ਼ਨ? ਇਹ 11 ਵਜੇ ਸ਼ੁਰੂ ਹੋਊਗੀ ਜੀ। ਫਿਰ ਇਹ ਜਿਹੜੇ ਇੰਪੋਰਟੈਂਟ ਲੀਡਰਸ ਹੋਣਗੇ ਉਹ ਬੋਲ ਹਟਣਗੇ, ਫਿਰ ਆਪਾਂ ਸਮਾਪਤ ਕਰ ਦੇਵਾਂਗੇ। ਕਿੱਥੇ ਹੋਏਗੀ? ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਸ਼੍ਰੋਮਣੀ ਕਮੇਟੀ ਨੇ ਹਾਈ ਪਾਵਰ ਕਮੇਟੀ ਬਣਾਈ ਸੀ 11 ਮੈਂਬਰੀ, ਤੁਸੀਂ ਵੀ ਉਹਦਾ ਹਿੱਸਾ ਸੀਗੇ। ਉਸ ਕਮੇਟੀ ਦਾ ਹੁਣ ਕੀ ਸਟੇਟਸ ਆ? ਤੇ ਕੱਲ ਜਿਹੜੇ ਸ਼੍ਰੋਮਣੀ ਕਮੇਟੀ ਨੇ ਕੱਲ ਰੋਜ਼ ਧਰਨੇ ਦਿੱਤੇ ਆ, ਇਹਦੇ ਬਾਰੇ ਤੁਹਾਡਾ ਕੀ ਕਹਿਣਾ ਜੀ? ਮੇਰਾ ਖਿਆਲ ਹੈ ਕਿ ਜਿਹੜੀ ਸ਼੍ਰੋਮਣੀ ਗੁਰਦੁਆਰਾ ਕਮੇਟੀ ਹੈ, ਜਦੋਂ ਮੈਂ ਇਲੈਕਸ਼ਨ ਲੜਿਆ ਤੇ ਸਾਡਾ ਏਜੰਡਾ ਸੀਗਾ ਇਲੈਕਸ਼ਨਾਂ ਦਾ, SGPC ਦਾ, ਬੰਦੀ ਛੋੜ ਦਾ, ਤੇ ਹੋਰ ਜਿਹੜੇ ਸਿੱਖਾਂ ਪਾਕਿਸਤਾਨ ਦਾ ਬਾਰਡਰ ਖੋਲ੍ਹਣਾ, ਟ੍ਰੇਡ ਤੇ ਕਾਮਰਸ ਦੇ ਲਈ, ਇਹ ਸਾਰੇ ਸਾਡੇ ਮੁੱਦੇ ਸੀਗੇ। ਪਰ SGPC ਦੇ ਪ੍ਰਧਾਨ ਸਾਹਿਬ ਨੇ, ਸਰਦਾਰ ਸੁਖਬੀਰ ਸਿੰਘ ਨੇ ਤੇ ਚੰਦੂ ਮਾਜਰਾ ਸਾਹਿਬ ਨੇ ਮੇਰੇ ਖਿਲਾਫ ਇੱਕ ਕੈਂਡੀਡੇਟ ਖੜਾ ਕਰਤਾ ਸੀਗਾ ਜਿਹਦਾ ਏਜੰਡਾ ਸੀਗਾ ਕਿ ਸਿਰਫ ਬੰਦੀ ਛੋੜ ਹੈ। ਉਸ ਕੈਂਡੀਡੇਟ ਦੀ ਜ਼ਮਾਨਤ ਜ਼ਬਤ ਹੋ ਗਈ, ਜਿਹਦਾ ਮਤਲਬ ਹੈ ਕਿ ਸਾਡੀ ਜਿਹੜੀ ਮੂਵਮੈਂਟ ਸੀ ਇਹ ਬੰਦੀ ਛਡਾਉਣ ਦੀ, ਉਹਦੇ ਵਿੱਚ ਬਹੁਤ ਸਾਨੂੰ ਨੁਕਸਾਨ ਹੋਇਆ ਕਿ ਉਹਨਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ, ਲੋਕਾਂ ਨੇ ਉਹਨਾਂ ਨੂੰ ਵੋਟ ਨਹੀਂ ਪਾਈ। ਤੇ ਆਪਣੀ ਪਾਰਟੀ ਖੜੀ ਹੈ ਬੰਦੀ ਛੋੜ ਦਿਵਸ ਦੇ ਵਿੱਚ, ਜਦੋਂ ਬਰਗਾੜੀ ਦਾ ਮੋਰਚਾ ਸੀਗਾ, ਅਸੀਂ ਬਹੁਤ ਸਾਰੇ ਬੰਦੀਆਂ ਨੂੰ ਛਡਾਇਆ ਉਸ ਵੇਲੇ, ਤੇ ਹੁਣ ਵੀ ਅਸੀਂ ਤਤਪਰ ਹੈਗੇ ਆ ਕਿ ਉਹ ਹੁਣ ਛੁੱਟਣਗੇ। SGPC ਦੇ ਪ੍ਰਧਾਨ ਕਹਿੰਦੇ ਸੀ ਕਿ ਮਾਨ ਸਾਹਿਬ ਪਿੱਛੇ ਹਟ ਗਿਆ ਸੀ ਤੇ ਸਾਰਿਆਂ ਨੂੰ ਕਲਾਵੇ 'ਚ ਲਿਆ ਸੀ ਕਿ ਸਾਰੇ ਇਕੱਠੇ ਹੋ ਕੇ ਬੰਦੀ ਸਿੰਘਾਂ ਦੀ ਗੱਲ ਕਰੀਏ। ਕਾਰਨ ਕੀ ਸੀ? ਤੁਸੀਂ ਪਿੱਛੇ ਕਿਉਂ ਹਟ ਗਏ? ਮੈਂ ਨਹੀਂ ਪਿੱਛੇ ਹਟਿਆ, ਮੈਨੂੰ ਠੋਕਣਾ ਚਾਹੁੰਦੇ ਸੀ ਇਲੈਕਸ਼ਨਾਂ 'ਚ, ਹੈ ਨਾ। ਹੁਣ ਮੈਂ ਇੱਡਾ ਕਮਲਾ ਤਾਂ ਨਹੀਂ ਕਿ ਮੈਂ ਇਹ ਇਲੈਕਸ਼ਨ ਨਾ ਲੜਾਂ ਆਪਣੇ ਮੁੱਦੇ ਦੇ ਉੱਤੇ। ਉਹ ਤਾਂ ਕਹਿੰਦੇ ਸੀਗੇ ਕਿ ਤੂੰ ਨਾ ਲੜ ਤੇ ਅਸੀਂ ਲੜਨਾ ਹੈਗਾ, ਸੁਖਬੀਰ ਸਿੰਘ ਨੇ ਕਿਹਾ ਤੇ SGPC ਸਾਹਿਬ ਦੇ ਪ੍ਰਧਾਨ ਸਾਹਿਬ ਮਾਨ ਨੇ। ਸਾਹਿਬ, ਗ੍ਰਹਿ ਮੰਤਰੀ ਕਹਿੰਦੇ ਅਮਿਤ ਸ਼ਾਹ ਤੇ ਕੋਈ 2 ਬੰਦੀ ਸਿੰਘ ਰਹਿ ਗਏ ਨੇ, ਬਾਕੀ ਅਸੀਂ ਤੇ ਰਿਹਾ ਕਰ ਦਿੱਤੇ ਸਾਰੇ ਹੀ। ਨਹੀਂ ਜੀ, ਅਜੇ ਬਹੁਤ 30 ਸਾਲਾਂ ਤੋਂ ਹੈ। ਤੇ ਦੇਖੋ ਕਿੱਡੀ ਸਾਡੇ ਨਾਲ ਬੇਈਮਾਨੀ ਹੋਈ ਹੈ ਕਿ 15 ਅਗਸਤ ਕਹਿੰਦੀ ਹੈ ਸਾਨੂੰ ਆਜ਼ਾਦੀ ਮਿਲੀ ਹੈ ਅੰਗਰੇਜ਼ਾਂ ਤੋਂ। ਇਹ ਬਹੁਤ ਵੱਡੇ ਪੱਧਰ ਦੇ ਉੱਤੇ ਮਨਾਇਆ ਜਾਂਦਾ। 15 ਅਗਸਤ ਨੂੰ ਜਿਹੜੀ ਬੀਬੀ ਬਾਣੋ ਸੀਗੀ ਗੁਜਰਾਤ ਦੀ, ਜਿਹਦੇ ਉੱਤੇ ਜਬਰ ਜਨਾਹ 12 ਬੰਦਿਆਂ ਨੇ ਕੀਤਾ ਸੀਗਾ, ਇਹਦੇ ਸਾਰੇ ਰਿਸ਼ਤੇਦਾਰ ਮਾਰਤੇ ਸੀਗੇ। ਤੇ ਇਹਦੀ ਲੜਕੀ ਜਦੋਂ ਹਜੂਮ ਆਇਆ ਇਹਨਾਂ ਵੱਲ, ਉਹਦੀਆਂ ਲੱਤਾਂ ਫੜ ਕੇ ਚੰਮੜ ਗਈ ਸੀ, ਪਰ ਇਹ ਲੋਕਾਂ ਨੇ ਉਹਦੀ ਕੁੜੀ ਨੂੰ ਤਾਂ ਵੀ ਸਿਰ ਪਾੜ ਕੇ ਮਾਰਤੀ। ਤੇ 15 ਅਗਸਤ ਨੂੰ ਹਿੰਦੂਤਵਾ ਦੀ ਸਰਕਾਰ ਨੇ ਬਲਾਤਕਾਰੀ ਤੇ ਕਾਤਲ ਬੰਦਿਆਂ ਨੂੰ ਛੱਡਿਆ, ਜਿਹਦਾ ਮਤਲਬ ਹੈ ਕਿ ਇੱਕ ਫਿਰਕਾ ਜੋ ਮਰਜ਼ੀ ਕਰ ਲੇ, ਕੋਈ ਜੁਰਮ ਕਰ ਲੇ, ਜਬਰ ਜਨਾਹ ਕਰ ਲੇ, ਕਤਲ ਕਰ ਲੇ, ਪਰ ਉਹ 15 ਅਗਸਤ ਜਿਹੜਾ ਆਜ਼ਾਦੀ ਦਾ ਦਿਨ ਹੈ, ਉਸ ਨੂੰ ਆਜ਼ਾਦੀ ਮਿਲ ਜਾਊਗੀ। ਮਾਨ ਸਾਹਿਬ ਪਰ ਸਿੱਖਾਂ ਨੂੰ ਆਜ਼ਾਦੀ ਦੇ ਦਿਨ ਦੇ ਉੱਤੇ ਕਿਸੇ ਨੂੰ ਰਿਹਾ ਨਹੀਂ ਕੀਤਾ ਹੈਗਾ। ਬਲਾਤਕਾਰੀ ਛੁੱਟ ਸਕਦੇ ਆ, ਕਾਤਲ ਛੁੱਟ ਸਕਦੇ ਆ, ਪਰ ਜਿਹੜੇ ਸਿੱਖ ਪੋਲੀਟੀਕਲ ਪ੍ਰਿਜ਼ਨਰਸ ਹੈ ਉਹਨਾਂ ਨੂੰ ਨਹੀਂ ਛੱਡਿਆ ਜਾ ਰਿਹਾ। ਤੁਸੀਂ ਮੰਨਦੇ ਹੋ 15 ਅਗਸਤ ਦੀ ਆਜ਼ਾਦੀ ਨੂੰ? ਤੁਸੀਂ ਮੰਨਦੇ ਹੋ? ਜਿਹੜੇ ਮੰਨਦੇ ਆ, ਮੈਂ ਉਹਨਾਂ ਦੀ ਗੱਲ ਕੀਤੀ ਨਹੀਂ, ਹੈ। ਤੁਸੀਂ ਮੰਨਦੇ ਹੋ? ਮੈਂ ਤੁਹਾਡੀ ਗੱਲ ਮੈਂ ਕਿਹਾ ਜਿਹੜੇ ਮੰਨਦੇ ਹੋ ਉਹ
ਤੁਸੀਂ ਨਹੀਂ ਮੰਨਦੇ? ਨਾ, ਮਾਨ ਮੈਂ ਸਾਹਿਬ, ਕਦੋਂ ਕਿਹਾ ਮੈਂ ਨਹੀਂ ਸ਼੍ਰੋਮਣੀ ਮੰਨਦਾ? ਹਾਂਜੀ। ਮੈਂ ਤਾਂ ਨਹੀਂ ਕਿਹਾ, ਤੁਸੀਂ ਮੇਰੇ ਮੂੰਹ 'ਚ ਕਿਉਂ ਪਾਉਂਦੇ ਹੋ? ਤੁਸੀਂ ਇੱਥੇ ਆ ਕੇ ਬੈਠੋ, ਜੇ ਤੁਸੀਂ ਆਪ ਪ੍ਰੈਸ ਮੈਂ ਸਵਾਲ ਕਾਨਫਰੰਸ ਕੀਤਾ ਕਰ ਜੀ। ਨਾ, ਤੁਸੀਂ ਕਹਿੰਦੇ ਤੁਸੀਂ ਨਹੀਂ ਬੰਦੀ ਮੰਨਦੇ। ਸਿੰਘਾਂ ਦੀ ਰਿਹਾਈ ਦਾ ਹੁਣ ਕਿਸ ਤਰ੍ਹਾਂ ਹੱਲ ਨਿਕਲੇਗਾ ਜੀ ਫਿਰ? ਉਹੀ ਮੈਂ ਪੁੱਛ ਰਿਹਾ ਸੀ, ਇਹੋ ਸਵਾਲ ਮੇਰਾ ਸੀਗਾ ਜੀ ਇਹਨਾਂ ਦੇ ਨਾਲ ਦਾ ਹੀ, ਕਿ ਸ਼੍ਰੋਮਣੀ ਕਮੇਟੀ ਤਰਲੇ ਲੈ ਰਹੀ ਆ, ਉਹਨਾਂ ਨੂੰ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਮਿਲਣ ਲਈ ਸਮਾਂ ਨਹੀਂ ਦੇ ਰਹੇ। ਤੁਸੀਂ ਮੈਂਬਰ ਪਾਰਲੀਮੈਂਟ ਹੋ, ਤੁਸੀਂ ਗੱਲ ਚੁੱਕੋਗੇ ਜੀ, ਉਹਨਾਂ ਤੱਕ ਮਿਲੋਗੇ, ਪਹੁੰਚ ਕਰੋਗੇ ਬੰਦੀ ਸਿੰਘਾਂ ਨੂੰ? ਮੈਂ ਤਾਂ ਕਰੂੰਗਾ ਜੀ, ਪਰ ਉਹ ਹੁਣ ਪ੍ਰਾਈਮ ਮਿਨਿਸਟਰ ਥੋੜੀ ਦਊਗਾ। ਜਿਹੜੀ ਇਹ SCPC 11 ਸਾਲ ਤੋਂ ਤਾਂ ਹੈ ਨਹੀਂ, ਮਹੰਤਾਂ ਨੂੰ ਥੋੜੀ ਕੋਈ ਇੰਟਰਵਿਊ ਦਿੰਦਾ ਹੁੰਦਾ। ਮਹੰਤਾਂ ਨੂੰ ਕੋਈ ਦਿੰਦਾ ਹੁੰਦਾ ਇੰਟਰਵਿਊ? ਮਹੰਤ ਨੇ ਉਹ, ਤੇ 10ਵੇਂ ਪਾਤਸ਼ਾਹ ਨੇ। ਸਾਡੇ ਕੋਲੇ ਤਾਂ ਇਹ ਪਾਵਰ ਹੈ ਨਹੀਂ। ਇਹ ਮਸੰਦਾਂ ਨੂੰ ਫੂਕਤਾ ਸੀਗਾ, ਅਸੀਂ ਹੁਣ ਫੂਕ ਨਹੀਂ ਸਕਦੇ। ਅਸੀਂ ਕਹਿੰਦੇ ਹਾਂ ਇਲੈਕਸ਼ਨ ਕਰਾਓ ਜਿਹਦੇ 'ਚ ਅਸੀਂ ਇਹਨਾਂ ਨੂੰ ਖਤਮ ਕਰੀਏ। 10ਵੇਂ ਪਾਤਸ਼ਾਹ ਨੇ ਤਾਂ ਸਾਰੇ ਫੂਕਤੇ ਸੀਗੇ, ਤੇ ਮੋਦੀ ਸਾਹਿਬ ਨੂੰ ਵੀ ਪਤਾ ਹੈਗਾ, ਅਮਿਤ ਸ਼ਾਹ ਨੂੰ ਵੀ ਪਤਾ ਹੈਗਾ ਕਿ ਇਹ ਮਸੰਦ ਹੈਗੇ ਆ। ਇਹਨਾਂ ਨੂੰ ਕਿਹੜਾ ਇੰਟਰਵਿਊ ਦੇ ਦੂਗਾ? ਕਾਹਦੇ ਲਈ ਦੇਊਗਾ? ਇਹ ਰਿਪਰੈਜ਼ੈਂਟ ਤਾਂ ਸਿੱਖਾਂ ਨੂੰ ਕਰਦੇ ਨਹੀਂ ਹੈਗੇ। ਇਹਨਾਂ ਦੀ ਜ਼ਮਾਨਤ ਸੰਗਰੂਰ ਦੇ ਇਲੈਕਸ਼ਨ ਦੇ ਵਿੱਚ ਜ਼ਬਤ ਹੋਈ ਗਈ ਹੈ, ਫਿਰ ਇਹਨਾਂ ਨੂੰ ਕਾਹਦਾ ਟਾਈਮ ਮਿਲੂਗਾ? ਮੋਦੀ ਸਾਹਿਬ ਹਮੇਸ਼ਾ ਸਿੱਖਾਂ ਪ੍ਰਤੀ ਪਿਆਰ ਬੜਾ ਸ਼ੋਅ ਕਰਦੇ ਆ ਜੀ। ਹਰ 3-4 ਮਹੀਨੇ ਬਾਅਦ ਕੋਈ ਵੱਡਾ ਸਮਾਗਮ ਕਰਾਉਂਦੇ ਨੇ, ਤੇ ਕਈ ਵਾਰ ਦਸਤਾਰ ਸਜਾ ਕੇ ਵੀ ਆਉਂਦੇ ਨੇ। ਕੋਈ ਹੋਰ ਸਵਾਲ ਜੀ? ਮਾਨ ਸਾਹਿਬ ਉਹਨਾਂ ਦਾ ਮਾਨ ਸਾਹਿਬ, ਬੰਦੀ ਸਿੱਖਾਂ ਦੀ ਰਿਹਾਈ ਨੂੰ ਲੈ ਕੇ ਕੋਈ ਤੁਹਾਡੇ ਕੋਲ ਪ੍ਰੋਗਰਾਮ ਹੈ? ਸਾਡੇ ਕੋਲੇ ਹੈਗਾ, ਜੀ ਉਹ ਵੀ 15 ਤਰੀਕ ਨੂੰ ਅਸੀਂ ਪ੍ਰਗਟ ਕਰਾਂਗੇ। ਠੀਕ ਹੈ ਜੀ। ਅਸੀਂ ਵੀ ਪੂਰੀ ਕੋਸ਼ਿਸ਼ ਕਰਦੇ ਹਾਂ, ਤੇ ਅਸੀਂ ਬਰਗਾੜੀ 2015 ਦੇ ਵਿੱਚ ਜਦੋਂ ਦਾ ਮੋਰਚਾ ਲੱਗਿਆ ਸੀ, ਉਦੋਂ ਦੀ ਡਿਮਾਂਡ ਕਰ ਰਹੇ ਹਾਂ। ਅੱਜ ਉਸ ਨੂੰ 7 ਸਾਲ ਹੋ ਗਏ ਹੈ।